ਪ੍ਰੋਗਰਾਮ ਮੁੱਦਾ USA ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜਸਦੀਪ ਸਿੰਘ ਜੈਸੀ ਹੋਰਾਂ ਦੇ ਨਾਲ। ਜੈਸੀ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਸਰ। ਜਸਦੀਪ ਸਿੰਘ ਜੈਸੀ ਹੋਰੀ 6 ਆਫ ਅਮਰੀਕਾ ਦੇ ਜਿੱਥੇ ਚੇਅਰਮੈਨ ਨੇ, ਉੱਥੇ ਟਰੰਪ ਕੰਪੇਨ ਐਡਵਾਈਜ਼ਰੀ ਦੇ ਇਹ ਮੈਂਬਰ ਵੀ ਨੇ। ਜਸਦੀਪ ਜੀ, ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਉਹ ਹੈਗਾ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਅਮਰੀਕਾ ਦਾ ਹਾਲੀਆ ਦੌਰਾ। ਉਹਦੇ ਨਾਲ ਹੀ ਜਿਹੜਾ ਜ਼ਿਆਦਾ ਵੱਡਾ ਚਰਚਾ ਚੱਲਿਆ ਕਸ਼ਮੀਰ ਮੁੱਦੇ ਨੂੰ ਲੈ ਕੇ। ਤੁਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਜੀ, ਮੈਂ ਵੇਖਣਾ ਕਿ ਇਮਰਾਨ ਖਾਨ ਦਾ ਜਿਹੜਾ ਪ੍ਰਾਈਮ ਮਿਨਿਸਟਰ ਦਾ ਦੌਰਾ ਸੀ ਅਮਰੀਕਾ ਦਾ, ਇਹ ਇੱਕ ਯਕੀਨਨ ਬਹੁਤ ਹੀ ਸਕਸੈਸਫੁਲ ਟ੍ਰਿਪ ਸੀ ਪਾਕਿਸਤਾਨ ਵਾਸਤੇ। ਜਿਹੜੇ ਪ੍ਰੈਜ਼ੀਡੈਂਟ 1 ਸਾਲ ਪਹਿਲਾਂ ਪਾਕਿਸਤਾਨ ਨੂੰ ਆਲਮੋਸਟ ਟੈਰਰਿਸਟ ਕੰਟਰੀ ਕਰਾਰ ਦੇਣ ਲੱਗੇ ਸੀ ਅਤੇ ਉਹਨਾਂ ਦੀ ਸਾਰੀ ਆਮਦਨ ਏਡ 1.3 ਬਿਲੀਅਨ, ਟੋਟਲ 3 ਬਿਲੀਅਨ ਤੋਂ ਉੱਪਰ ਦੀ ਏਡ ਉਹਨਾਂ ਦੀ ਸਸਪੈਂਡ ਕਰਤੀ ਸੀ। ਅੱਜ ਉਹਨਾਂ ਨੂੰ 1 ਸਾਲ ਦੇ ਅੰਦਰ ਉਹਨਾਂ ਨੇ ਵਾਈਟ ਹਾਊਸ ਵੀ ਇਨਵਾਈਟ ਕੀਤਾ ਹੈ, ਉਹਨਾਂ ਨੂੰ ਪੂਰੇ ਪ੍ਰੋਟੋਕੋਲ ਦਿੱਤੇ ਗਏ ਨੇ। ਔਰ ਇੱਕ ਜਿਹੜੀ ਵੱਡੀ ਚੀਜ਼ ਵੇਖਣ ਵਿੱਚ ਆਈ ਹੈ ਕਿ ਸਿਰਫ ਖਾਲੀ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨਹੀਂ ਆਏ, ਉਹਨਾਂ ਦੇ ਨਾਲ ਦੋਨੋਂ ਆਰਮੀ ਦੇ ਜਨਰਲ ਬਾਜਵਾ ਵੀ ਸਨ ਅਤੇ ISI ਦੇ ਵੀ ਜਨਰਲ ਸਨ। ਅਤੇ ਅਮਰੀਕਨ ਐਡਮਿਨਿਸਟ੍ਰੇਸ਼ਨ ਇਸ ਵਾਰੀ ਤਿੰਨਾਂ ਨੂੰ ਬੁਲਾ ਕੇ ਤਿੰਨਾਂ ਨਾਲ ਇੱਕ ਮੇਜ਼ 'ਤੇ ਤਿੰਨਾਂ ਦੀ ਹਾਮੀ ਭਰਵਾਈ ਹੈ ਜੋ ਗੱਲਾਂ ਇਹਨਾਂ ਨੂੰ ਮਨਵਾਉਣੀਆਂ ਸਨ। ਅਤੇ ਮੈਂ ਸਮਝਦਾ ਕਿ ਇੰਨਾ ਜਿਹੜਾ ਯੂ ਟਰਨ ਹੋਇਆ ਹੈ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ, ਉਹਦੇ ਵਿੱਚ ਪਾਕਿਸਤਾਨ ਨੇ ਕਾਫੀ ਅਮਰੀਕਾ ਦੀਆਂ ਜਿਹੜੀਆਂ ਮੰਗਾਂ ਸਨ ਉਹ ਸਾਰੀਆਂ ਮੰਨੀਆਂ ਨੇ। ਔਰ ਅੱਗੋਂ ਟੈਰਰਿਜ਼ਮ ਨੂੰ ਖਤਮ ਕਰਨ ਵਾਸਤੇ ਔਰ ਅੱਗੇ ਅਮਰੀਕਾ ਦੇ ਨਾਲ ਜਿਹੜਾ ਅਫਗਾਨਿਸਤਾਨ ਵਿੱਚ ਮੇਨ ਜਿਹੜਾ ਚੱਲ ਰਿਹਾ ਇਸ ਵੇਲੇ, ਪ੍ਰੈਜ਼ੀਡੈਂਟ ਟਰੰਪ ਅਫਗਾਨਿਸਤਾਨ 'ਚੋਂ 2020 ਤੋਂ ਪਹਿਲਾਂ ਆਪਣੀਆਂ ਫੌਜਾਂ ਕੱਢਣੀਆਂ ਚਾਹੁੰਦੇ ਨੇ, ਕਿਉਂਕਿ ਉਹਨਾਂ ਦਾ ਕੈਂਪੇਨ ਦਾ ਪ੍ਰੋਮਿਸ ਸੀ। ਔਰ ਇਹਦੇ ਉੱਪਰ ਹੀ ਉਹ ਕੰਮ ਕਰ ਰਹੇ ਨੇ। ਔਰ ਮੇਨ ਪਾਕਿਸਤਾਨ ਦੀ ਅਸਿਸਟੈਂਸ ਇਹਦੇ ਵਿੱਚ ਕਾਫੀ ਚਾਹੀਦੀ ਸੀ। ਔਰ ਮੈਂ ਸਮਝਦਾ ਕਿ ਇਸ ਵੇਲੇ ਪਾਕਿਸਤਾਨ ਔਰ ਅਮਰੀਕਾ ਦੇ ਜਿਹੜੇ ਟਾਈਜ਼ ਨੇ, ਜਿਵੇਂ ਆਪ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਦੇ ਹੈਵ ਨੈਵਰ ਬਿਨ ਬੈਟਰ, ਬਹੁਤ ਹੀ ਅੱਛੇ ਉਹਨਾਂ ਦੇ ਤਾਲੁਕਾਤ ਹੋ ਗਏ ਨੇ ਔਰ ਬੜੀ ਹੀ ਮੈਂ ਸਮਝਦਾ ਕਿ ਸਕਸੈਸਫੁਲ ਟ੍ਰਿਪ ਰਹੀ ਹੈ। ਵੈਸੇ ਜੇ ਵੇਖਿਆ ਜਾਵੇ ਤਾਂ ਕਸ਼ਮੀਰ ਦੇ ਬਾਰੇ ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਸਟੇਟਮੈਂਟ ਹੈ, ਇਹਦੇ ਤੋਂ ਲੈ ਕੇ ਭਾਰਤ ਨੂੰ ਵੀ ਕਿਸੇ ਹੋਰ ਗੱਲ 'ਤੇ ਇਤਰਾਜ਼ ਨਹੀਂ ਹੈਗਾ। ਹਾਲਾਂਕਿ ਹੁਣ ਜਿਹੜੀ ਗੱਲਬਾਤ ਚੱਲ ਰਹੀ ਆ ਉਹਦੇ 'ਚ ਹੋ ਸਕਦਾ ਹੈ ਕਿ ਜਿਹੜੇ ਇਹ ਅਰਥ ਨੇ ਕਸ਼ਮੀਰ ਮੁੱਦੇ ਦੇ ਉੱਤੇ ਜਾਂ ਓਵਰਆਲ ਜਿਹੜਾ ਬਾਰਡਰ ਪਾਰ ਤੋਂ ਟੈਰਰਿਜ਼ਮ ਸੀ ਉਹਦੇ ਬਾਰੇ ਬਾਰ-ਬਾਰ ਭਾਰਤ ਗੱਲ ਕਰਦਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਅਜਿਹੀ ਗੱਲ ਕੀਤੀ ਹੋਵੇ ਜਿਹਨੂੰ ਸ਼ਾਇਦ ਉਹਨਾਂ ਸਹੀ ਅਰਥਾਂ ਦੇ ਵਿੱਚ ਜਾਂ ਤਾਂ ਸਮਝਿਆ ਨਹੀਂ ਗਿਆ ਜਾਂ ਉਹਦੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਸ ਤਰੀਕੇ ਨਾਲ ਕੀਤੀ ਗਈ ਹੈ। ਜੀ ਬਿਲਕੁਲ, ਮੈਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਹਾਲਾਂਕਿ ਇੰਡੀਆ ਅਤੇ ਅਮਰੀਕਾ ਦੇ ਰਿਲੇਸ਼ਨਸ਼ਿਪ ਵਿੱਚ ਥੋੜ੍ਹੀ ਜਿਹੀ ਇਸ ਪਾਕਿਸਤਾਨ ਅਮਰੀਕਾ ਦੀ ਇਮਰਾਨ ਖਾਨ ਦੇ ਦੌਰੇ ਤੋਂ ਪਹਿਲਾਂ ਹੀ ਥੋੜ੍ਹੀ ਜਿਹੀ ਇਸ਼ੂਜ਼ ਆ ਰਹੇ ਸਨ। ਕਿਹੜੇ ਮੁੱਖ ਕਾਰਨ ਤੁਹਾਨੂੰ ਲੱਗਦੇ ਨੇ ਜਿਨ੍ਹਾਂ ਦਾ ਕਰਕੇ ਇਹ ਆਉਂਦੇ ਪਏ ਸੀਗੇ? ਮੇਰੇ ਹਿਸਾਬ ਨਾਲ ਤਾਂ 3 ਮੁੱਖ ਕਾਰਨ ਨੇ, ਜਿਹੜੇ ਕਿ ਇੱਕ ਤਾਂ ਟਰੰਪ ਜਦੋਂ ਕੈਂਪੇਨ ਵਿੱਚ ਹੀ ਕਹਿੰਦੇ ਸਨ ਕਿ ਅਸੀਂ ਇੰਡੀਆ ਵਿੱਚ ਇੰਨਾ ਆਪਣਾ ਸਮਾਨ ਵੇਚਦੇ ਹਾਂ ਅਤੇ ਉਹਨਾਂ ਦਾ ਟੈਰਿਫ ਜਿਹੜਾ ਹੈ ਉਹ ਸਾਡੇ ਉੱਪਰ ਬਹੁਤ ਜ਼ਿਆਦਾ ਹੈ, ਸਾਡੇ ਗੁਡਸ ਦੇ ਉੱਪਰ ਸਾਡਾ ਜਿਹੜਾ ਟੈਰਿਫ ਹੈ ਉਹ ਬਹੁਤ ਘੱਟ ਹੈ, ਇਹਨੂੰ ਬਰਾਬਰ ਹੋਣਾ ਚਾਹੀਦਾ ਹੈ। ਔਰ ਇੰਡੀਆ ਨੇ ਇਹਨੂੰ ਸ਼ੁਰੂ 'ਚ ਸੀਰੀਅਸਲੀ ਨਹੀਂ ਲਿਆ। ਉਹਨਾਂ ਨੇ ਕਈ ਵਾਰੀ ਹਾਰਲੇ ਡੇਵਿਡਸਨ ਦੇ ਵੀ ਮਿਸਾਲ ਦਿੱਤੀ ਮੋਟਰਸਾਈਕਲ ਦੀ, ਕਿ ਉਹ ਜਦ ਇੰਡੀਆ ਜਾਂਦਾ ਤਾਂ ਉਹਦੇ ਉੱਪਰ 150% ਡਿਊਟੀ ਲੱਗਦੀ ਹੈ ਅਤੇ ਅਸੀਂ ਜਿਹੜਾ ਇੰਡੀਆ ਤੋਂ ਸਮਾਨ ਆਉਂਦਾ ਉਹਦੇ ਉੱਪਰ ਬਹੁਤ ਘੱਟ ਡਿਊਟੀ ਲਾਉਂਦੇ ਹਾਂ। ਅਤੇ ਇੱਕ ਇਹ ਇਹਨਾਂ ਦੀ ਮੰਗ ਸੀ ਜਿਹਨੂੰ ਇੰਡੀਆ ਨੇ ਧਿਆਨ ਨਹੀਂ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇੰਡੀਆ ਦਾ ਜਿਹੜਾ ਫੇਵਰਡ ਨੇਸ਼ਨ ਸਟੇਟਸ ਸੀ ਇਕਨੋਮਿਕ ਡਿਵੈਲਪਮੈਂਟ ਕੰਟਰੀਜ਼ ਦੇ ਵਿੱਚ, ਉਹ ਇਹਨਾਂ ਨੇ ਖ਼ਤਮ ਕਰਤਾ ਸੀ 2 ਮਹੀਨੇ ਪਹਿਲੇ। ਉਸ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਜਿਹੜੀ ਇਸ਼ੂ ਸੀ ਉਹ ਸੀ ਕਿ ਇੰਡੀਆ ਅਮਰੀਕਾ ਨੇ ਇੱਕ ਡਿਫੈਂਸ ਡੀਲ ਸਾਈਨ ਕੀਤੀ ਸੀ ਕਿ ਅਸੀਂ ਇੱਕ ਦੂਜੇ ਨਾਲ ਡਿਫੈਂਸ ਦੀ ਕੋਆਪਰੇਸ਼ਨ ਕਰਾਂਗੇ, ਇੰਟੈਲੀਜੈਂਸ ਕਰਾਂਗੇ। ਉਹਦੇ ਵਿੱਚ ਇੱਕ ਸੀ ਕਿ ਤੁਸੀਂ ਫਿਰ ਹਥਿਆਰ ਅਮਰੀਕਾ ਕੋਲੋਂ ਲਓਗੇ, ਪਰ ਇੰਡੀਆ ਨੇ ਰਸ਼ੀਆ ਕੋਲੋਂ ਜਿਹੜੀ ਇੱਕ ਮਿਸਾਈਲ ਖਰੀਦੀ ਹੈ, $480 ਮਿਲੀਅਨ ਦੀ ਜਿਹੜੀ ਡੀਲ ਹੋਈ ਹੈ, ਉਹ ਇੱਕ ਬੜਾ ਹੀ ਅਮਰੀਕਾ ਨੇ ਉਹਨੂੰ ਵੇਖਿਆ ਵੀ ਡੀਲ ਸਾਡੇ ਨਾਲ ਸਾਈਨ ਕਰਕੇ ਫਿਰ ਤੁਸੀਂ ਰਸ਼ੀਆ ਤੋਂ ਲੈ ਰਹੇ ਹੋ। ਦੈਟ ਵਾਜ਼ ਰਿਲੇਸ਼ਨਸ਼ਿਪ ਵਿੱਚ ਉਹਦੇ ਥੋੜ੍ਹੇ ਆਏ ਸਨ ਇਸ਼ੂਜ਼। ਤੀਜਾ, ਈਰਾਨ ਦੇ ਉੱਪਰ ਜਿਹੜੇ ਸੈਂਕਸ਼ਨਸ ਲੱਗੇ ਨੇ ਅਤੇ ਅਮਰੀਕਾ ਨੇ ਕਾਫੀ ਇਹ ਕਿਹਾ ਹੈ ਕਿ ਈਰਾਨ ਤੋਂ ਹੁਣ ਆਇਲ ਨਹੀਂ ਖਰੀਦਣਾ, ਬਟ ਇੰਡੀਆ ਇਜ਼ ਸਟਿਲ ਬਾਇੰਗ, ਔਰ ਉਹ ਖਰੀਦਣਾ ਚਾਹੁੰਦੇ ਨੇ ਈਰਾਨ ਤੋਂ। ਔਰ ਤੁਹਾਨੂੰ ਧਿਆਨ ਵੀ ਹੋਏਗਾ 2 ਹਫ਼ਤੇ ਪਹਿਲੇ ਪੋਂਪੀਓ ਅਮਰੀਕਾ ਦੇ ਜਿਹੜੇ ਫੋਰਨ ਸੈਕਟਰੀ ਨੇ ਉਹ ਇੰਡੀਆ ਵੀ ਗਏ ਸੀ ਅਤੇ ਜੈ ਸ਼ੰਕਰ ਜੀ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ ਸੀ ਅਤੇ ਉੱਥੇ ਦੋਵਾਂ ਨੇ ਕਿਹਾ ਸੀ ਵੀ ਜੈ ਸ਼ੰਕਰ ਜੀ ਨੇ ਕਿਹਾ ਸੀ ਇੰਡੀਆ ਵਿਲ ਲੁੱਕ ਫॉर ਇਟਸ ਇੰਟਰਸਟ ਔਰ ਅਮਰੀਕਾ ਨੇ ਕਿਹਾ ਸੀ ਕਿ ਵੀ ਵਿਲ ਲੁੱਕ ਫॉर ਆਵਰ ਇੰਟਰਸਟ। ਤਾਂ ਜਦ ਮੀਟਿੰਗਸ ਤੋਂ ਬਾਅਦ ਇਹ ਜਿਹੇ ਬਿਆਨ ਆਉਣ, ਉਸ ਤੋਂ ਹੀ ਲੱਗਦਾ ਵੀ ਮੀਟਿੰਗ ਠੀਕ ਨਹੀਂ ਹੋਈ ਸੀ
ਤੇ देयर आर सम इश्यूज पर मैं समझदा कि दोनों मुल्क बहुत ही स्ट्रॉन्ग मुल्क ने इंडिया इज इमर्जिंग इकोनॉमी वेरी इंपॉर्टेंट फॉर यूएसए और अमेरिका भी इंडिया से बड़ी इंपॉर्टेंट कंट्री है मैं समझदा कि इस हालात और दोनों मुल्कों विच वी हैव बड़ी नैशनलिस्ट लीडर्स ने मोदी जी इंडिया विच ने ट्रंप इत्थे ने ते मैं समझदा कि ना रिलेशनशिप अगे बेहतर ही होणगे और अजकल ਜਿਹੜੇ ਰਿਲੇਸ਼ਨਸ਼ਿਪਸ ਨੇ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਕਿ ਅਮਰੀਕਾ ਦੇ ਪਾਕਿਸਤਾਨ ਨਾਲ ਕੈਸੇ ਰਿਲੇਸ਼ਨ ਨੇ ਜਾਂ ਅਮਰੀਕਾ ਦੇ ਸ਼੍ਰੀਲੰਕਾ ਨਾਲ ਕੈਸੇ ਰਿਲੇਸ਼ਨ ਨੇ ਉਸ ਹਿਸਾਬ ਨਾਲ ਅਸੀਂ ਰਿਲੇਸ਼ਨਸ਼ਿਪ ਬਣਾਵਾਂਗੇ ਉਹ ਗੱਲਾਂ ਨਹੀਂ ਰਹੀਆਂ ਅੱਜਕੱਲ ਹਰ ਕੰਟਰੀ ਦੇ ਇੱਕ ਦੂਜੇ ਨਾਲ ਡਾਇਰੈਕਟ ਰਿਲੇਸ਼ਨਸ਼ਿਪ ਨੇ ਰਿਗਾਰਡਲੈਸ ਕਿ ਦੂਸਰੇ ਕੰਟਰੀ ਨਾਲ ਕਿਵੇਂ ਰਿਲੇਸ਼ਨਸ਼ਿਪਸ ਹੋਣ ਅੱਜ ਅਮਰੀਕਾ ਦੀ ਪਾਕਿਸਤਾਨ ਨਾਲ ਜੇ ਦੋਸਤੀ ਹੁੰਦੀ ਹੈ ਤੇ ਇੰਡੀਆ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਯਾਰ ਹੁਣ ਅਮਰੀਕਾ ਇਜ਼ ਔਨ ਪਾਕਿਸਤਾਨ ਸਾਈਡ ਤੇ ਅਸੀਂ ਹੁਣ ਅਮਰੀਕਾ ਦੇ ਨਾਲ ਦੋਸਤੀ ਨਹੀਂ ਰੱਖਣੀ ਬਲਕਿ ਇੰਡੀਆ ਨੂੰ ਵੀ ਅਮਰੀਕਾ ਦੇ ਨਾਲ ਔਰ ਅਮਰੀਕਾ ਨੂੰ ਵੀ ਇੰਡੀਆ ਦੇ ਨਾਲ ਦੋਸਤੀ ਦੀ ਜ਼ਰੂਰਤ ਹੈ ਔਰ ਮੈਂ ਸੋਚਦਾ ਕਿ ਸਾਡੇ ਕੋਲ ਹੁਣ ਕਾਫੀ ਸਮਝਦਾਰ ਲੀਡਰਸ਼ਿਪ ਹੈ ਇੰਡੀਆ ਵਿੱਚ ਵੀ ਤੇ ਇੱਥੇ ਵੀ ਔਰ ਇਹ ਰਿਲੇਸ਼ਨਸ਼ਿਪਸ ਅੱਛੇ ਹੋਣਗੇ ਤੁਸੀਂ ਇਸ ਵੇਲੇ ਦੇਖਦੇ ਹੋ ਕਿ ਜਿਹੜੇ ਭਾਰਤ ਦੇ ਵਿਦੇਸ਼ ਮੰਤਰੀ ਨੇ ਤੁਹਾਡੇ ਉਹਨਾਂ ਨਾਲ ਬੜੇ ਚੰਗੇ ਤਾਲੁਕਾਤ ਰਹੇ ਨੇ ਇੱਥੇ ਅੰਬੈਸਡਰ ਰਹਿ ਕੇ ਗਏ ਨੇ ਆਪਾਂ ਸਿੱਖ ਇਸ਼ੂਜ਼ ਦੇ ਬਾਰੇ ਜਦੋਂ ਵੀ ਗੱਲ ਕੀਤੀ ਆ ਮੋਦੀ ਜੀ ਜਦੋਂ ਆਏ ਸੀ ਉਦੋਂ ਜੈ ਸ਼ੰਕਰ ਜੀ ਇੱਥੇ ਅੰਬੈਸਡਰ ਸੀਗੇ ਤੁਹਾਨੂੰ ਨਹੀਂ ਲੱਗਦਾ ਕਿ ਸਿੱਖਸ ਆਫ ਅਮਰੀਕਾ ਜਾਂ ਜਿਹੜਾ ਤੁਹਾਡਾ ਇਸ ਵੇਲੇ ਰੋਲ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਲੋਜ਼ਲੀ ਤੁਸੀਂ ਇਹਨਾਂ ਦੇ ਵਿੱਚ ਵਿਚਰਦੇ ਹੋ ਤੁਹਾਡੀ ਜ਼ਿੰਮੇਵਾਰੀ ਅਤੇ ਤੁਹਾਡੀ ਭੂਮਿਕਾ ਜਿਹੜੀ ਆ ਹੋਰ ਵੱਧ ਜਾਂਦੀ ਹੈ ਜਦੋਂ ਤੁਸੀਂ ਇਸ ਵੇਲੇ ਓਵਰਸੀਜ਼ ਫਰੈਂਡਸ ਆਫ ਬੀਜੇਪੀ ਦੀ ਲੋਕਲ ਲੀਡਰਸ਼ਿਪ ਨੂੰ ਵੀ ਕਾਫੀ ਹੈਲਪ ਕਰਦੇ ਪਏ ਹੋ ਬੀਜੇਪੀ ਦੇ ਵੀ ਔਰ ਇਸ ਵੇਲੇ ਜਿਹੜੇ ਵਿਦੇਸ਼ ਮੰਤਰੀ ਬਣੇ ਨੇ ਉਹਨਾਂ ਨਾਲ ਵੀ ਸਾਰੇ ਜਿਹੜੇ ਜਾਤੀ ਤਾਲੁਕਾਤ ਨੇ ਇਹਨਾਂ 'ਚ ਤੁਹਾਡੀ ਭੂਮਿਕਾ ਅਹਿਮ ਹੈ ਅਤੇ ਕਿਵੇਂ ਨਿਭਾਓਗੇ ਸਰ ਮੈਂ ਪਹਿਲਾਂ ਤਾਂ ਸਿੱਖਸ ਆਫ ਅਮਰੀਕਾ ਜਿਹੜੀ ਹੈ ਉਹ ਸਾਡੇ ਸਿੱਖ ਜਿਹੜੇ ਅਮਰੀਕਾ ਵਿੱਚ ਨੇ ਜੀ ਪ੍ਰਾਇਮਰਲੀ ਅਸੀਂ ਉਹਨਾਂ ਦੇ ਵਾਸਤੇ ਸਾਡੀ ਆਰਗੇਨਾਈਜੇਸ਼ਨ ਹੈ ਅਸੀਂ ਉਹਨਾਂ ਦੀ ਇੱਥੇ ਇਸ਼ੂਜ਼ ਉਹਨਾਂ ਨੂੰ ਪ੍ਰਮੋਟ ਕਰਨਾ ਸਿੱਖ ਜਿਹੜੇ ਸਾਡੇ ਇੱਥੇ ਯੂਥ ਹੈ ਉਹਨਾਂ ਨੂੰ ਮੇਨ ਸਟਰੀਮ ਵਿੱਚ ਕਰਨਾ ਨਾਲੇ ਅਮਰੀਕਾ ਨੂੰ ਦੱਸਣਾ ਕਿ ਸਿੱਖਾਂ ਦਾ ਅਮਰੀਕਾ ਵਿੱਚ ਕਿੰਨਾ ਕੁ ਯੋਗਦਾਨ ਹੈ ਮੇਨ ਸਾਡਾ ਮਿਸ਼ਨ ਅਤੇ ਵਿਜ਼ਨ ਇਹੀ ਹੈ ਪਰ ਅਸੀਂ ਦੁਨੀਆ ਵਿੱਚ ਜਿੱਥੇ ਵੀ ਸਿੱਖ ਨੇ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਹਰ ਮੁਸੀਬਤ ਵਿੱਚ ਹਰ ਖੁਸ਼ੀ ਵਿੱਚ ਅਸੀਂ ਉਹਨਾਂ ਦੇ ਨਾਲ ਖੜ੍ਹੇ ਹਾਂ ਔਰ ਇੰਡੀਆ ਸਾਡਾ ਬਰਥ ਪਲੇਸ ਹੈ ਅਸੀਂ ਇੰਡੀਆ ਤੋਂ ਆਏ ਹਾਂ ਅਤੇ ਸਾਨੂੰ ਇੱਕ ਨੈਚੁਰਲ ਐਫਿਨਿਟੀ ਹੈ ਇੰਡੀਆ ਨਾਲ ਔਰ ਕੋਈ ਵੀ ਗੱਲ ਹੋਏ ਤਾਂ ਅਸੀਂ ਇੰਡੀਆ ਦੇ ਵਾਸਤੇ ਸਿੱਖਸ ਆਫ ਅਮਰੀਕਾ ਇਜ਼ ਆਲਵੇਜ਼ ਦੇਅਰ ਔਰ ਜਿਸ ਤਰ੍ਹਾਂ ਪਿਛਲੇ ਸਮੇਂ ਵਿੱਚ ਅਸੀਂ ਮੋਦੀ ਜੀ ਨੂੰ ਮਿਲੇ ਤੁਸੀਂ ਵੀ ਸਾਡੇ ਨਾਲ ਸੀ ਸਾਡੇ ਡੈਲੀਗੇਸ਼ਨ ਵਿੱਚ ਅਤੇ ਮੋਦੀ ਜੀ ਨੇ ਜਿੰਨੀਆਂ ਵੀ ਅਸੀਂ ਗੱਲਾਂ ਮੰਗੀਆਂ ਸੀ ਉਹਨਾਂ ਨੇ ਸਾਰੀਆਂ ਪੂਰੀਆਂ ਕੀਤੀਆਂ ਨੇ ਸੋ ਵੀ ਆਰ ਥੈਂਕਫੁਲ ਔਰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਿੱਖਸ ਆਫ ਅਮਰੀਕਾ ਇਹੀ ਕਹਿੰਦਾ ਹੈ ਕਿ ਜਿਹੜੇ ਸਾਡੇ ਇੰਡੀਆ ਵਿੱਚ 2 ਕਰੋੜ ਤੋਂ ਉੱਪਰ ਸਿੱਖ ਰਹਿ ਰਹੇ ਨੇ ਉਹਨਾਂ ਦਾ ਇੰਡੀਆ ਓਨਾ ਹੀ ਹੈ ਜਿੰਨਾ ਕਿਸੇ ਹੋਰ ਦਾ ਹੈ ਐਂਡ ਕੋਈ ਵੀ ਪ੍ਰੋਬਲਮ ਆਉਂਦੀ ਹੈ ਮੁਸ਼ਕਿਲਾਂ ਆਉਂਦੀ ਹੈ ਹਰ ਕੰਟਰੀ ਵਿੱਚ ਆਉਂਦੀਆਂ ਨੇ ਉਹਨਾਂ ਦਾ ਪੂਰਾ ਹੱਕ ਹੈ ਔਰ ਉਹ ਇੰਡੀਆ ਦੇ ਕੌਨਸਟੀਟਿਊਸ਼ਨ ਵਿੱਚ ਰਹਿ ਕੇ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ ਔਰ ਇੰਡੀਆ ਵਿੱਚ ਆਪਣੀ ਹਰ ਜਾਇਜ਼ ਮੰਗ ਨੂੰ ਮੰਗਣ ਔਰ ਜਿਸ ਤਰ੍ਹਾਂ ਇੱਕ ਇੰਡੀਆ ਦਾ ਸਿਟੀਜ਼ਨ ਨੂੰ ਜਿਹੜੇ ਸਾਰੇ ਇਖਤਿਆਰ ਨੇ ਉਹੀ ਤੇ ਉਹੀ ਸਾਰੇ ਸਿੱਖਾਂ ਨੂੰ ਇੰਡੀਆ ਵਿੱਚ ਹੈ ਨੇ ਔਰ ਅਸੀਂ ਉਹਨਾਂ ਨਾਲ ਖੜ੍ਹੇ ਹਾਂ ਜੇ ਉਹਨਾਂ ਦੀ ਕੋਈ ਮੰਗ ਹੈ ਉਹ ਅਸੀਂ ਇੰਡੀਆ ਦੇ ਕੌਨਸਟੀਟਿਊਸ਼ਨ ਦੇ ਅੰਡਰ ਰਹਿ ਕੇ ਉਹਨਾਂ ਦੀ ਪੂਰੀ ਹੈਲਪ ਕਰਾਂਗੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਇਹਦੀ ਅਹਿਮੀਅਤ ਇਸ ਵੇਲੇ ਜਿਹੜੀ ਮੌਜੂਦਾ ਅਮਰੀਕਾ ਦੇ ਵਿੱਚ ਘੱਟ ਗਿਣਤੀਆਂ ਦੀ ਸਿਚੁਏਸ਼ਨ ਬਣੀ ਹੋਈ ਆ ਇਹਦੇ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੂੰਗਾ ਕਿਉਂਕਿ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਜਿਹੜੇ ਟਵੀਟ ਨੇ ਖਾਸ ਕਰਕੇ ਕਾਂਗਰਸ ਵਿਮਨਸ ਦੇ ਬਾਰੇ ਉਹਨਾਂ ਦੇ ਅਤੇ ਖਾਸ ਕਰਕੇ ਜਿਹੜੇ ਇਸ ਵੇਲੇ ਇਹ ਸਾਰੀ ਗੱਲ 2020 ਨੂੰ ਲੈ ਕੇ ਚੱਲਦੀ ਪਈ ਆ ਇਹਨਾਂ ਦੇ ਬਾਰੇ ਮੈਂ ਚਾਹਾਂਗਾ ਕਿ ਤੁਸੀਂ ਸਾਡੇ ਦਰਸ਼ਕਾਂ ਲਈ ਕੁਛ ਹੋਰ ਆਪਾਂ ਇਹਨਾਂ ਪੱਖਾਂ ਨੂੰ ਜ਼ਰੂਰ ਛੋਈਏ ਇਹਦੇ ਬਾਰੇ ਗੱਲ ਕਰਾਂਗੇ ਕਿ ਇਸ ਵੇਲੇ ਜਿਹੜੇ ਮੌਜੂਦਾ ਸਿਚੁਏਸ਼ਨ ਬਣੀ ਆ ਅਸੀਂ ਬੜੀ ਦੇਰ ਤੱਕ ਇਹ ਗੱਲ ਕਰਦੇ ਰਹੇ ਹਾਂ ਕਿ ਅਸੀਂ ਇੰਡੀਆ ਦੇ ਵਿੱਚ ਉੱਥੋਂ ਦੀਆਂ ਸਰਕਾਰਾਂ ਦੇ ਪੀੜਤ ਆ ਇਸ ਵੇਲੇ ਜਿਹੜੀ ਗੱਲ ਪ੍ਰੈਜ਼ੀਡੈਂਟ ਟਰੰਪ ਬਾਰ-ਬਾਰ ਕਹਿ ਰਹੇ ਨੇ ਕਿ ਜੇ ਤੁਹਾਨੂੰ ਇਹ ਮੁਲਕ ਦੇ ਵਿੱਚ ਬੜੀਆਂ ਵੱਡੀਆਂ ਮੁਸ਼ਕਲਾਂ ਆ ਰਹੀਆਂ ਨੇ ਤਾਂ ਤੁਸੀਂ ਵਾਪਸ ਚੱਲ ਜਾਓ ਇਹਨਾਂ ਦੇ ਬਾਰੇ ਜਵਾਬ ਮੰਗਾਂਗੇ ਜਸਦੀਪ ਸਿੰਘ ਜੈਸੀ ਹੋਰਾਂ ਤੋਂ ਪਰ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਸਾਡੀ ਗੱਲਬਾਤ ਚੱਲ ਰਹੀ ਹੈ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੈਸੀ ਹੋਰਾਂ ਨਾਲ ਜੈਸੀ ਜੀ ਤੁਹਾਡਾ ਫਿਰ ਬ੍ਰੇਕ ਤੋਂ ਬਾਅਦ ਸਵਾਗਤ ਹੈ ਥੈਂਕ ਯੂ ਸਰ ਬੜੀ ਇੰਟਰਸਟਿੰਗ ਗੱਲ ਚੱਲ ਰਹੀ ਹੈ ਕਿਉਂਕਿ ਸਾਰੇ ਲੋਕਾਂ ਦੀ ਇਸ ਵੇਲੇ ਸਾਡੇ ਦਰਸ਼ਕ ਦੁਨੀਆ ਭਰ ਦੇ ਵਿੱਚ ਜਿੱਥੇ ਪੀਟੀਸੀ ਦੇ ਦਰਸ਼ਕ ਨੇ ਉਹਨਾਂ ਦਾ ਵੀ ਅਤੇ ਆਮ ਲੋਕਾਂ ਦਾ ਇਹ ਸਰੋਕਾਰ ਬਣਿਆ ਹੋਇਆ ਹੈ ਕਿ ਜਦੋਂ ਇੱਥੇ ਅਸੀਂ ਸਿੱਖ ਸਾਡਾ ਇਸ਼ੂ ਸੀਗਾ ਕਿ 84 ਦੇ ਪੀੜਤ ਹਾਂ ਸਾਨੂੰ ਇਨਸਾਫ ਨਹੀਂ ਮਿਲਦਾ ਐਜ਼ ਯੂ ਸੈਡ ਬਿਫੋਰ ਬ੍ਰੇਕ ਕਿ ਆਪਾਂ ਗਏ ਹਾਂ ਮੋਦੀ ਜੀ ਨਾਲ ਗੱਲਬਾਤ ਕੀਤੀ ਆ
ਤਕਰੀਬਨ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਮੰਨੀਆਂ ਗਈਆਂ ਨੇ। ਹੁਣ ਜਦੋਂ ਇਸ ਵੇਲੇ ਪ੍ਰੈਜ਼ੀਡੈਂਟ ਟਰੰਪ ਦੇ ਬਾਰੇ ਇਹ ਨਵਾਂ ਵਿਵਾਦ ਬੜੇ ਜ਼ੋਰਾਂ 'ਤੇ ਆ ਕਿ ਇਹ ਕਾਂਗਰਸ ਵਿਮਨ ਜਿਹੜੀਆਂ ਕਹਿ ਰਹੀਆਂ ਨੇ ਕਿ ਸਾਨੂੰ ਉਹਨਾਂ ਨੇ ਉਹ ਕਮੈਂਟ ਕੀਤੇ ਨੇ, ਔਰ ਬੜਾ ਕਲੀਅਰ ਆ ਕਿ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਲਵ ਔਰ ਲੀਵ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਔਰ ਇਸੇ ਹੀ ਸੰਦਰਭ ਦੇ ਵਿੱਚ ਜਦੋਂ ਘੱਟ ਗਿਣਤੀਆਂ ਦੀ ਅਮਰੀਕਾ 'ਚ ਗੱਲ ਹੁੰਦੀ ਆ ਅਤੇ ਇਸ ਵੇਲੇ ਜੋ ਪ੍ਰੈਜ਼ੀਡੈਂਟ ਟਰੰਪ ਦੀ ਕਾਰਗੁਜ਼ਾਰੀ ਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਘੱਟ ਗਿਣਤੀਆਂ ਅਤੇ ਉਹਨਾਂ ਦੇ ਵਿੱਚ ਸਿੱਖਾਂ ਦੀ ਭੂਮਿਕਾ ਜਾਂ ਸਿੱਖ ਜਥੇਬੰਦੀਆਂ ਦੀ, ਲੰਮਾ ਸਵਾਲ ਹੈ ਪਰ ਮੈਂ ਚਾਹੁੰਦਾ ਕਿ ਇਹਨੂੰ ਤੁਸੀਂ ਜੇ ਠੀਕ ਢੰਗ ਨਾਲ ਦੱਸ ਸਕੋ ਤਾਂ। ਪਹਿਲੀ ਗੱਲ ਮੈਂ ਇਹ ਕਹਾਂਗਾ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਕਿ ਇਫ ਯੂ ਡੋਂਟ ਲਾਈਕ ਅਮਰੀਕਾ ਦੈਨ ਯੂ ਕੈਨ ਲੀਵ, ਉਹ ਉਹਨਾਂ ਨੇ ਘੱਟ ਗਿਣਤੀਆਂ ਵਾਲੇ ਨਹੀਂ ਕਿਹਾ ਸੀ, ਉਹਨਾਂ ਨੇ ਇੱਕ ਜਨਰਲ ਸਟੇਟਮੈਂਟ ਦਿੱਤੀ ਸੀ, ਮਾਈਨੋਰਿਟੀਜ਼ ਨੂੰ ਨਹੀਂ ਕਿਹਾ ਸੀ, ਹਰ ਕਿਸੇ ਵਾਸਤੇ ਸੀ। ਔਰ ਖਾਸ ਕਰ ਉਹਨਾਂ ਨੇ ਇਹ ਕਿਹਾ ਸੀ ਜਿਹੜੀ ਕਾਂਗਰਸ ਵੂਮਨ ਇਲਿਆਨ ਓਮਾਰ ਹੈ, ਜਿਹੜੀ ਕਿ ਇੱਕ ਰਿਫਿਊਜੀ ਬਣ ਕੇ ਇੱਥੇ 12 ਸਾਲ ਦੀ ਉਮਰ 'ਚ ਆਈ ਸੀ ਸੋਮਾਲੀਆ ਤੋਂ, 12 ਸਾਲ ਦੀ ਉਮਰ ਵਿੱਚ ਇੱਥੇ ਆਈ ਐਜ਼ ਅ ਰੈਫਿਊਜੀ। ਅਮਰੀਕਾ ਨੇ ਉਹਨਾਂ ਨੂੰ ਪਨਾਹ ਦਿੱਤੀ, ਫ੍ਰੀ ਐਜੂਕੇਸ਼ਨ, ਫ੍ਰੀ ਰੈਜ਼ੀਡੈਂਸ, ਔਰ ਉਹਨਾਂ ਨੂੰ ਇੱਥੇ ਕਾਂਗਰਸ ਵੂਮਨ ਤੱਕ ਉਹ ਜਿੱਤ ਗਏ ਨੇ, ਅੱਜ ਅਮਰੀਕਾ ਦੇ ਕਾਂਗਰਸ ਵੂਮਨ ਨੇ। ਇਸ ਤੋਂ ਬਾਅਦ ਕਹਿਣਾ ਕਿ ਅਮਰੀਕਾ ਨੇ ਮੇਰੇ ਵਾਸਤੇ ਕੁਝ ਨਹੀਂ ਕੀਤਾ, ਜਾਂ ਅਮਰੀਕਾ ਜਿਹੜਾ ਹੈ ਉਹ ਵਰਲਡ ਟ੍ਰੇਡ ਸੈਂਟਰ ਜਦੋਂ ਡਿੱਗਿਆ ਸੀ ਕੁਝ ਬੰਦਿਆਂ ਨੇ ਕੁਝ ਕੀਤਾ ਸੀ, ਉਹਨੂੰ ਇੱਕ ਜਿਹੜੀ ਅਮਰੀਕਨਸ ਦੀ ਭਾਵਨਾ ਹੈ, ਜਿਹੜਾ ਵਰਲਡ ਟ੍ਰੇਡ ਸੈਂਟਰ ਜਿਹੜਾ 9/11 ਹੋਇਆ ਸੀ, ਉਹ ਬੜੀ ਡੀਪ ਭਾਵਨਾ ਹੈ। ਹਰ ਅਮਰੀਕਨ ਨੂੰ ਦੁੱਖ ਹੁੰਦਾ ਜਦੋਂ ਵੀ ਉਹਦੇ ਬਾਰੇ ਸੋਚਦਾ, ਇਨਕਲੂਡਿੰਗ ਸਾਨੂੰ। ਅਸੀਂ ਵੀ ਇੱਥੇ ਅਮਰੀਕਨ ਆ, 35 ਸਾਲ ਤੋਂ ਰਹਿ ਰਹੇ ਹਾਂ। ਅੱਜ ਵੀ ਜਦੋਂ ਨਿਊਯਾਰਕ ਜਾਈਦਾ ਅਤੇ ਜਦੋਂ ਵਰਲਡ ਟ੍ਰੇਡ ਸੈਂਟਰ ਜਦੋਂ ਨਹੀਂ ਦਿਸਦੇ ਤੇ ਅੱਜ ਵੀ ਇੱਕ ਵੈਕਿਊਮ ਫੀਲ ਹੁੰਦਾ ਹੈ। ਔਰ ਇੱਕ ਕਾਂਗਰਸ ਵੂਮਨ ਦਾ ਇਹ ਕਹਿਣਾ ਕਿ ਉਹ ਇੱਕ ਛੋਟੀ ਜਿਹੀ ਗੱਲ ਸੀ, ਉਹਨੂੰ ਮਿਨੀਮਾਈਜ਼ ਕਰਨਾ ਔਰ ਕਹਿਣਾ ਕਿ ਜਿਨ੍ਹਾਂ ਨੇ ਕੀਤਾ ਸੀ ਕੋਈ ਐਸੀ ਵੱਡੀ ਗੱਲ ਨਹੀਂ, ਇਹ ਇੱਕ ਬੜਾ ਹੀ ਐਂਟੀ ਨੈਸ਼ਨਲ ਸਟੇਟਮੈਂਟ ਸੀ, ਜਿਹਦੇ ਉੱਪਰ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਤੁਹਾਨੂੰ ਜੇ ਅਮਰੀਕਾ ਇੰਨਾ ਹੀ ਬੁਰਾ ਲੱਗਦਾ ਹੈ ਤੇ ਤੁਸੀਂ ਕਿਤੇ ਹੋਰ ਚਲੇ ਜਾਓ, ਜਿੱਥੋਂ ਆਏ ਉੱਥੇ ਚਲੇ ਜਾਓ। ਇਹ ਤਾਂ ਹਰ ਕੰਟਰੀ ਦਾ ਇਹੀ ਹੁੰਦਾ ਹੈ ਕਿ ਜੇ ਤੁਸੀਂ ਜਿਸ ਮੁਲਕ 'ਚ ਰਹਿ ਰਹੇ ਹੋ ਉਹਨੂੰ ਪਿਆਰ ਕਰੋ, ਜੇ ਤੁਸੀਂ ਨਹੀਂ ਪਿਆਰ ਕਰਦੇ ਉਸ ਮੁਲਕ ਨਾਲ ਤੇ ਫਿਰ ਤੁਹਾਨੂੰ ਉੱਥੇ ਰਹਿਣ ਦੀ ਲੋੜ ਹੀ ਨਹੀਂ, ਠੀਕ ਹੈ ਨਾ। ਸੋ ਇਹ ਕਿਸੇ ਮਾਈਨੋਰਿਟੀ ਵਾਸਤੇ ਨਹੀਂ ਕਿਹਾ ਸੀ। ਔਰ ਸਾਡੀ ਇਹ ਮੈਂ ਸਮਝਦਾ ਕਿ ਕਈ ਸਾਡੇ ਵਾਸਤੇ ਅਨਫੋਰਚੂਨੇਟ ਹੈ, ਅੱਜ ਕਈ ਸਾਡੇ ਵਿੱਚ ਐਸੀਆਂ ਔਰਗਨਾਈਜੇਸ਼ਨਸ ਆ ਗਈਆਂ ਨੇ, ਸਿੱਖ ਔਰਗਨਾਈਜੇਸ਼ਨਸ ਅਮਰੀਕਾ ਵਿੱਚ ਹੀ। ਮੈਂ ਇਹ ਨਹੀਂ ਕਹਿੰਦਾ ਕਿ ਹਰ ਸੁਸਾਇਟੀ 100% ਪਰਫੈਕਟ ਹੈ, ਕਿ ਕਿਤੇ ਵੀ ਰੇਸਿਜ਼ਮ ਨਹੀਂ ਹੈ, ਇੰਡੀਆ ਵਿੱਚ ਵੀ ਹੈ, ਜਿੱਥੋਂ ਅਸੀਂ ਆਏ ਹਾਂ ਪੰਜਾਬ ਵਿੱਚ ਵੀ ਹੈ, ਹਰ ਜਗ੍ਹਾ ਰੇਸਿਜ਼ਮ ਹੈ ਔਰ ਹਰ ਮੁਲਕ 'ਚ ਰੇਸਿਜ਼ਮ ਹੈ, ਹਰ ਕਮਿਊਨਿਟੀ ਵਿੱਚ ਹੈ। ਪਰ ਤੁਸੀਂ ਇਹ ਵੇਖਣਾ ਹੈ ਕਿ ਉੱਥੇ ਦੀਆਂ ਸਰਕਾਰਾਂ ਤੁਹਾਡੀਆਂ ਮਦਦ ਕਰ ਰਹੀਆਂ ਨੇ ਕਿ ਸਰਕਾਰਾਂ ਤਾਂ ਨਹੀਂ ਰੇਸਿਸਟ ਹੋ ਗਈਆਂ, ਉਹ ਬਿਲਕੁਲ ਇੱਥੇ ਨਹੀਂ ਹੈ। ਔਰ ਮੈਨੂੰ ਹੁਣ 35 ਸਾਲ ਹੋ ਗਏ ਨੇ ਇਸ ਮੁਲਕ 'ਚ ਰਹਿੰਦੇ ਆ, ਮੇਰੀ ਬੇਟੀਆਂ ਇੱਥੇ ਪੈਦਾ ਹੋਈਆਂ ਨੇ, ਉਹ ਅੱਜ ਕਾਲਜ ਵਿੱਚ ਜਾ ਰਹੀਆਂ ਨੇ, ਟੌਪ ਯੂਨੀਵਰਸਿਟੀਜ਼ ਵਿੱਚ ਨੇ। ਅੱਜ ਤੱਕ ਸਾਨੂੰ ਇੱਥੇ ਰੇਸਿਜ਼ਮ ਦੀ ਕੋਈ ਪ੍ਰੋਬਲਮ ਨਹੀਂ। ਮੈਂ ਔਰ ਜਦੋਂ ਮੈਂ ਜਥੇਬੰਦੀਆਂ ਨੂੰ ਸੋਚਣਾ, ਅਨਫੋਰਚੂਨੇਟ ਹੈ ਕਿ ਇੱਕ ਕਿਸਮ ਦਾ ਵਿਕਟਮਾਈਜੇਸ਼ਨ ਦੀ ਇੱਕ ਨਾ ਫੀਲਿੰਗ ਲਿਆਈ ਜਾ ਰਹੀ ਸਾਡੀ ਕਮਿਊਨਿਟੀ ਵਿੱਚ ਕਿ ਅਸੀਂ ਵਿਕਟਿਮਸ ਹਾਂ। ਸਿੱਖ ਕਦੇ ਵਿਕਟਿਮ ਨਹੀਂ ਹੁੰਦਾ। ਤੁਸੀਂ 84 ਦੇ ਦੰਗਿਆਂ ਦੀ ਵੀ ਅੱਜ ਤੱਕ ਮੈਨੂੰ ਬੜਾ ਇਹ ਦਿਲ ਨੂੰ ਲੱਗਦਾ ਹੈ ਕਿ ਜਦੋਂ ਅਸੀਂ ਕਹਿੰਦੇ ਨਾ ਸਾਨੂੰ ਇਨਸਾਫ ਦਿਓ, ਸਾਨੂੰ ਇਨਸਾਫ ਦਿਓ, ਸਿੱਖ ਇਨਸਾਫ ਮੰਗਦਾ ਨਹੀਂ ਹੈ, ਸਿੱਖ ਇਨਸਾਫ ਦਿੰਦਾ ਹੈ। ਅਤੇ ਅਸੀਂ 84 ਦੇ ਠੀਕ ਹੈ, ਸਾਡੇ ਨਾਲ ਵੀ ਹੋਇਆ। ਅਸੀਂ ਹਰਿਮੰਦਰ ਸਾਹਿਬ ਦਾ ਜਿਹੜਾ ਬਦਲਾ ਸੀ 6 ਮਹੀਨੇ ਦੇ ਅੰਦਰ ਲਿਆ, ਠੀਕ ਹੈ। ਜਨਰਲ ਵੈਦਿਆ ਸੀ, ਉਦੋਂ ਵੀ ਅਸੀਂ ਇਨਸਾਫ ਕਰਤਾ। ਹੋਰ ਧਰਮਦਾਸ ਸ਼ਾਸਤਰੀ ਦਿੱਲੀ ਵਿੱਚ ਜਿਹਨੇ ਰਾਈਟਸ ਕਰਾਏ ਸੀ ਉਹਨੂੰ ਵੀ ਇਨਸਾਫ ਦਿੱਤਾ। ਕਈ ਲਿਸਟ ਬਹੁਤ ਲੰਬੀ ਹੈ ਜਿਹੜੇ ਸਾਡੇ ਜਵਾਨਾਂ ਨੇ, ਸਾਡੇ ਵੀਰਾਂ ਨੇ, ਕੌਮ ਦੇ ਜਿਨ੍ਹਾਂ ਨੇ ਇਨਸਾਫ ਉਹ ਲੈ ਗਏ ਨੇ। ਅਤੇ ਹੁਣ ਸਿੱਖਾਂ ਨੂੰ ਹਰ ਵੇਲੇ ਵਿਕਟਮ ਬਣ ਕੇ ਕਿ ਸਾਨੂੰ ਇਨਸਾਫ ਦਿਓ। ਅਸੀਂ ਇਨਸਾਫ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਹ ਕੌਮ ਆ ਜਿਹਨੇ ਇਨਸਾਫ ਦੇਣ ਵਾਸਤੇ ਬਣਾਈ ਸੀ, ਨਾ ਕਿ ਇੱਕ ਵਿਕਟਿਮ ਬਣ ਕੇ ਮੰਗਣ ਵਾਸਤੇ। ਅਤੇ ਮੈਂ ਇਹ ਸਾਡੇ ਬੱਚਿਆਂ ਦੇ ਵਿੱਚ ਇਹ ਹੈ ਜੀ ਵਿਕਟਮਾਈਜੇਸ਼ਨ ਦੀ ਜਿਹੜੀ ਇੱਕ ਇੱਥੇ ਔਰਗਨਾਈਜੇਸ਼ਨ ਇੱਕ ਅੰਦਰ ਭਾਵਨਾ ਪੈਦਾ ਕਰ ਰਹੀ ਹੈ, ਉਹ ਸਾਡੇ ਫਿਊਚਰ ਵਾਸਤੇ ਅੱਛੀ ਨਹੀਂ ਹੈ। ਕਿ ਹਰ ਜਿਹੜੀ ਛੋਟੀ ਜਿਹੀ ਵੀ ਗੱਲ ਹੋ ਜਾਏ, ਕਿਧਰੇ ਰੋਬਰੀ ਹੋਈ ਹੋਏ ਤਾਂ ਉਹਨੂੰ ਵੀ ਤੁਸੀਂ ਰੇਸਿਜ਼ਮ ਦਾ ਕੇਸ ਬਣਾ ਦਿਓ, ਹੇਟ ਕ੍ਰਾਈਮ ਬਣਾ ਦਿਓ। ਉਹ ਉਸ ਦੇ ਨਾਲ ਫਿਰ ਇੱਕ ਕਮਿਊਨਿਟੀ ਵਿੱਚ ਬੜਾ ਤੁਹਾਡਾ ਇੱਕ ਕਿਸਮ ਦਾ ਰਹਿਣਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਅਤੇ ਅਸੀਂ ਇਮੀਗਰੈਂਟਸ ਆਏ ਹਾਂ, ਅਸੀਂ ਇੱਥੇ ਇੱਕ ਜਜ਼ਬਾ ਲੈ ਕੇ ਆਏ ਹਾਂ, ਅਸੀਂ ਕੁਝ ਵੀ ਨਹੀਂ ਲੈ ਕੇ ਆਏ ਅਮਰੀਕਾ ਵਿੱਚ, ਫਿਰ ਵੀ ਅੱਜ ਹਰ ਕਿਸੇ ਸਿੱਖ ਨੂੰ ਤੁਸੀਂ ਵੇਖੋ ਇੱਥੇ ਉਹ ਖੁਸ਼ਹਾਲੀ ਵਿੱਚ ਹੈ ਆਪਣੀ ਮਿਹਨਤ ਕਰਕੇ। ਪਰ ਅਮਰੀਕਾ ਨੇ ਵੀ ਸਾਨੂੰ ਪਿਆਰ ਦਿੱਤਾ ਹੈ, ਬਜਾਏ ਇਸ ਕਿ ਅਸੀਂ ਅਮਰੀਕਾ ਦੀ ਪੋਜ਼ੀਟਿਵ ਗੱਲਾਂ ਕਰਨ ਦੇ, ਜਦੋਂ ਅਸੀਂ ਨੈਗੇਟਿਵ ਗੱਲਾਂ ਕਰਦੇ ਹਾਂ ਨਾ ਤਾਂ ਉਹ ਬਿਲਕੁਲ ਮੈਂ ਸਮਝਦਾ ਬਹੁਤ ਗਲਤ ਹੈ। ਅੱਜ ਸਾਡੇ ਕੋਲ ਨਿੱਕੀ ਹੇਲੀ ਹੈ ਜਿਹੜੀ ਸਿੱਖ ਅਮਰੀਕਨ ਹੈ, ਜਿਹੜੀ ਕਿ ਗਵਰਨਰ ਬਣੀ, ਉਸ ਤੋਂ ਬਾਅਦ ਯੂਨਾਈਟਿਡ ਨੇਸ਼ਨਸ ਦੀ ਅੰਬੈਸਡਰ ਬਣੀ ਹੈ। ਸਾਡੇ ਕੋਲ
ਹੋਬੋਕਨ ਨਿਊ ਜਰਸੀ ਦੇ ਮੇਅਰ ਹੈ ਜਿਹੜੇ ਪਗੜੀਧਾਰੀ ਗੁਰਸਿੱਖ ਮੇਅਰ, ਲੋਕਾਂ ਨੇ ਉਹਨਾਂ ਨੂੰ ਵੋਟਾਂ ਦਿੱਤੀਆਂ ਨੇ, ਤੇ ਇੱਥੇ ਕੋਈ ਰੇਸਿਜ਼ਮ ਨਹੀਂ ਸੀ। ਤੁਹਾਡੇ ਅਟਰਨੀ ਜਨਰਲ ਨਿਊ ਜਰਸੀ ਦੇ ਗਰੇਵਾਲ ਸਾਹਿਬ ਉਹ ਵੀ ਦਸਤਾਰਧਾਰੀ ਗੁਰਸਿੱਖ ਨੇ। ਤੇ ਮੈਂ ਸਮਝਦਾ ਕਿ ਅਸੀਂ ਪੋਜ਼ਿਟਿਵ ਵੱਲ ਦੇਖਿਆ ਕਰੀਏ ਔਰ ਨੈਗੇਟਿਵਿਟੀ ਨੂੰ ਅਸੀਂ ਨਾ ਤਰਫ ਨਾ ਜਾਈਏ। ਚਲੋ ਇਹ ਭਾਵੇਂ ਅੱਜ ਦੇ ਇਸ ਮੁੱਦੇ ਦੇ ਨਾਲ ਜੁੜੀ ਹੋਈ ਗੱਲ ਤਾਂ ਨਹੀਂ, ਪਰ ਫਿਰ ਵੀ ਮੈਂ ਤੁਹਾਨੂੰ ਇੱਕ ਜ਼ਰੂਰ ਇਹਦੇ 'ਚ ਪੁੱਛਣਾ ਚਾਹੁੰਦਾ ਕਿ ਜੇ 62 65 ਇਸ ਵੇਲੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਡੀਅਨ ਬੈਕਗਰਾਊਂਡ ਦੇ ਲੋਕ ਹੈਗੇ ਨੇ ਅਤੇ ਸਿੱਖ ਘੱਟ ਨੇ, ਤੁਹਾਡੀ ਆਪਣੀ ਮਜਬੂਰੀ ਕਿ ਤੁਹਾਡੇ ਆਪਣੇ ਕਾਰੋਬਾਰਾਂ ਦੇ ਹਿਸਾਬ ਨਾਲ ਤੁਸੀਂ ਉਹੋ ਜਿਹੀ ਫੁੱਲ ਟਾਈਮ ਜੋਬ ਨਹੀਂ ਸੀ ਕਰ ਸਕਦੇ, ਉਹ ਸਮਝੀ ਜਾ ਸਕਦੀ ਹੈ, ਪਰ ਜਿਹੜੇ ਸਾਡੇ ਪੋਲੀਟੀਸ਼ੀਅਨ ਜਾਂ ਸਾਡੇ ਲੋਕ, ਅਸੀਂ ਕਿਉਂ ਨਹੀਂ ਉਸ ਲੈਵਲ ਤੱਕ ਪਹੁੰਚ ਸਕੇ? ਕਿਤੇ ਉਹਦੇ ਪਿੱਛੇ ਇਹੀ ਕਾਰਨ ਤਾਂ ਨਹੀਂ ਕਿ ਜਿਹੜੀ ਅਸੀਂ ਬਾਰ-ਬਾਰ ਐਡਮਿਨਿਸਟ੍ਰੇਸ਼ਨ 'ਤੇ ਉਂਗਲ ਚੁੱਕ ਕੇ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੇ ਵਿੱਚ ਕਰ ਰਹੇ ਹਾਂ? ਬਿਲਕੁਲ ਇਹੀ ਕਾਰਨ ਹੈ। ਔਰ ਮੈਂ ਇੱਥੇ ਵੀ ਇਹ ਵੀ ਤੁਹਾਨੂੰ ਕਹਾਂਗਾ ਕਿ ਜਿਹੜੀਆਂ ਸਾਡੀਆਂ 2-3 ਸਿੱਖ ਆਰਗੇਨਾਈਜੇਸ਼ਨਸ ਨੇ, ਉਹ ਪਾਰਟੀਜ਼ਨ ਨੇ, ਉਹ ਇੱਕ ਪਾਰਟੀ ਦੇ ਨਾਲ, ਡੈਮੋਕ੍ਰੈਟਿਕ ਪਾਰਟੀ ਦੇ ਨਾਲ ਲੱਗੀਆਂ ਹੋਈਆਂ ਨੇ। ਜਦੋਂ ਦੇਖੋ ਜਿਹੜੀਆਂ ਅਸੀਂ ਮਿਨੋਰਿਟੀ ਵਿੱਚ ਹਾਂ, ਅਸੀਂ ਇੱਕ ਪਾਰਟੀ ਨੂੰ ਆਪਣੇ ਸਾਰੇ ਐਗਸ ਵਨ ਬਾਸਕਟ ਵਿੱਚ ਪਾ ਕੇ ਸੋਚੀ ਵੀ ਇੱਕ ਪਾਰਟੀ ਦੇ ਪਿੱਛੇ ਲੱਗਾਂਗੇ, ਤੇ ਉਹ ਸਾਡੇ ਵਾਸਤੇ ਮਿਨੋਰਿਟੀ ਵਾਸਤੇ ਕੰਮ ਨਹੀਂ ਕਰਦਾ। ਐਜ਼ ਅ ਮਿਨੋਰਿਟੀ, ਜਿਸ ਤਰ੍ਹਾਂ ਅਮਰੀਕਾ ਵਿੱਚ ਜੂਸ ਨੇ, ਮੈਂ ਅੱਗੇ ਵੀ ਇਹ ਗੱਲ ਕਰ ਚੁੱਕਿਆ, ਜਿਵੇਂ ਜੂਸ ਨੇ ਅਮਰੀਕਾ ਵਿੱਚ, ਉਹ ਹਰ ਪਾਸੇ ਉਹਨਾਂ ਨੇ ਬਾਈ ਪਾਰਟੀਜ਼ਨ ਜਾਂਦੇ ਨੇ। ਸਾਡੀ ਜਿਹੜੀ ਸਿੱਖਸ ਆਫ ਅਮਰੀਕਾ ਆਰਗੇਨਾਈਜੇਸ਼ਨ ਹੈ, ਉਹ ਬਾਈ ਪਾਰਟੀਜ਼ਨ ਹੈ। ਅਸੀਂ ਸਿੱਖ ਹੱਕ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਸਾਨੂੰ ਡੈਮੋਕ੍ਰੇਟਸ ਦੇਣ ਜਾਂ ਰਿਪਬਲਿਕਨ ਦੇਣ। ਜਿਹੜਾ ਸਾਡੇ ਹੱਕ ਨੂੰ ਮੰਨੇਗਾ, ਅਸੀਂ ਉਹਨਾਂ ਦੇ ਸਪੋਰਟ ਵਿੱਚ ਜਾਂਦੇ ਹਾਂ। ਬਟ ਅਨਫੋਰਚੂਨੇਟਲੀ ਇਹ ਜਿੰਨੀਆਂ ਵੀ ਇਸ ਵੇਲੇ ਆਰਗੇਨਾਈਜੇਸ਼ਨਸ ਨੇ, ਉਹ ਬੜੀਆਂ ਪਾਰਟੀਜ਼ਨ ਨੇ, ਉਹ ਇੱਕ ਪਾਰਟੀ ਦੇ ਪਿੱਛੇ ਲੱਗੀਆਂ ਨੇ। ਇਸ ਕਰਕੇ ਉਹ ਇੱਕ ਕਿਸਮ ਦਾ ਟਰੰਪ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੇ ਬਾਈਕਾਟ ਹੀ ਕੀਤਾ ਹੋਇਆ ਕਿ ਹੁਣ ਜਦ ਤੱਕ ਟਰੰਪ ਹੈ, ਅਸੀਂ 8 ਸਾਲ ਇਹਨਾਂ ਨੂੰ ਬਸ ਹੁਣ ਇਹਦਾ ਗਵਰਨਮੈਂਟ ਦੇ ਨਾਲ ਚੱਲਣਾ ਹੀ ਨਹੀਂ ਹੈ, ਜੋ ਕਿ ਸਾਡੀ ਮਿਨੋਰਿਟੀ ਕਮਿਊਨਿਟੀ ਵਾਸਤੇ ਬੜੀ ਮਾੜੀ ਗੱਲ ਹੈ। ਔਰ ਦੂਜੀ ਗੱਲ ਇਹ ਵੀ ਹੈ ਕਿ ਸਾਡੇ ਬੱਚਿਆਂ ਨੂੰ ਐਜੂਕੇਸ਼ਨ ਇਸ ਪਾਸੇ ਲਿਆਉਣ ਦੀ ਕਾਫੀ ਲੋੜ ਹੈ। ਮੇਰੇ ਜ਼ਿਹਨ 'ਚ ਇੱਕ ਗੱਲ ਇਹ ਆ ਰਹੀ ਸੀ ਕਿ ਜਿਹੜਾ ਇਸ ਵੇਲੇ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਥੇ ਪਾਕਿਸਤਾਨੀ ਲੋਕਾਂ ਨੂੰ ਐਡਰੈਸ ਕੀਤਾ, ਤਾਂ ਉਹਨਾਂ ਇੱਕ ਗੱਲ ਕਹੀ ਸੀ ਕਰਤਾਰਪੁਰ ਸਾਹਿਬ ਦੇ ਮੁੱਦੇ ਦੇ ਸੰਦਰਭ ਦੇ ਵਿੱਚ ਕਿ ਅਸੀਂ ਉੱਥੇ ਰਿਲੀਜੀਅਸ ਟੂਰਿਜ਼ਮ ਦੀ ਹੱਬ ਪਾਕਿਸਤਾਨ ਨੂੰ ਬਣਾਉਣਾ ਚਾਹੁੰਦੇ ਹਾਂ। ਅਸੀਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ, ਪਰ ਅਸੀਂ ਹਿੰਦੂਆਂ ਦੇ ਜਿਹੜੇ ਸਥਾਨ ਨੇ, ਧਾਰਮਿਕ ਸਥਾਨ ਨੇ, ਉਹਨਾਂ ਨੂੰ ਵੀ ਖੋਲ੍ਹਣ ਜਾ ਰਹੇ ਹਾਂ। ਤੁਸੀਂ ਇਹਨੂੰ ਕਿਵੇਂ, ਉਹਨਾਂ ਦੀ ਇਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਮੈਂ ਬੜੀ ਪੋਜ਼ੀਟਿਵ ਵੇਖਣਾ। ਇਹੀ ਗੱਲ ਇਮਰਾਨ ਖਾਨ ਸਾਹਿਬ ਨੇ ਮੈਨੂੰ ਫਰਵਰੀ ਵਿੱਚ, ਜਦ ਮੈਂ ਉਹਨਾਂ ਨੂੰ ਪਾਕਿਸਤਾਨ ਮਿਲਿਆ ਸੀ ਜੀ, ਉਹਨਾਂ ਨੇ ਕਹੀ ਸੀ। ਇਮਰਾਨ ਖਾਨ ਜਿਹੜੇ ਹੈ ਨੇ, ਉਹ ਬੜੇ ਡਿਫਰੈਂਟ ਪ੍ਰਾਈਮ ਮਿਨਿਸਟਰ ਨੇ ਪਾਕਿਸਤਾਨ ਦੇ। ਹੀ ਇਜ਼ ਅ ਵੈਰੀ ਡਿਵਰਸਿਟੀ ਪਸੰਦ ਨੇ, ਵੈਰੀ ਸੈਕੂਲਰ ਕ੍ਰਿਕਟ ਪਲੇਅਰ ਰਹਿ ਚੁੱਕੇ ਨੇ, ਪਾਕਿਸਤਾਨ ਟੀਮ ਦੇ ਕਪਤਾਨ ਨੇ, ਇੰਡੀਆ ਵਿੱਚ ਕਾਫੀ ਮੈਚਸ ਖੇਲ ਚੁੱਕੇ ਨੇ, ਸਿੱਖਾਂ ਨਾਲ ਪਿਆਰ ਹੈ, ਔਰ ਉਹ ਪਾਕਿਸਤਾਨ ਨੂੰ ਇੱਕ ਨਵਾਂ ਇਮੇਜ ਦੇ ਰਹੇ ਨੇ। ਔਰ ਇਹ ਬਿਲਕੁਲ ਠੀਕ ਗੱਲ ਹੈ ਕਿ ਔਰ TV 'ਤੇ ਆ ਕੇ ਕਹਿਣਾ ਕਿ ਮੈਂ ਮੋਦੀ ਜੀ ਨੂੰ ਦੱਸਾਂਗਾ ਕਿ ਸੈਕੂਲਰਿਜ਼ਮ ਕੀ ਹੁੰਦਾ ਹੈ, ਇੱਕ ਸਟੇਟਮੈਂਟ ਦੇਣੀ ਆਪਣੇ ਆਪ 'ਚ ਇੱਕ ਬੜੀ ਵੱਡੀ ਗੱਲ ਹੈ। ਕਿ ਜੇ ਬੰਦਾ ਇਹ ਜੀ ਸਟੇਟਮੈਂਟ ਤਾਂ ਹੀ ਦਿੰਦਾ ਕਿ ਕੁਝ ਪਿੱਛੇ ਸੋਚਿਆ ਹੋਏ। ਅਤੇ ਆਈ ਥਿੰਕ ਇਟਸ ਅ ਵੈਰੀ ਪੋਜ਼ੀਟਿਵ ਸਟੈਪ, ਔਰ ਮਿਨੋਰਿਟੀਜ਼ ਵਾਸਤੇ ਇਹ ਬੜਾ ਅੱਛਾ ਹੈ ਪਾਕਿਸਤਾਨ ਵਿੱਚ। ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜੇ ਕਸ਼ਮੀਰ ਦੇ ਮੁੱਦੇ ਦੇ ਉੱਤੇ ਇਹ ਟੈਨਸ਼ਨ ਥੋੜ੍ਹੀ ਜਿਹੀ ਹੁਣ ਇਸ ਵੇਲੇ ਭਾਰਤ ਅਤੇ ਅਮਰੀਕਾ ਦੇ ਸੰਬੰਧਾਂ ਦੇ ਵਿੱਚ ਕੁੜੱਤਣ ਪਈ ਆ, ਤੁਸੀਂ ਕੀ ਸਮਝਦੇ ਹੋ ਕਿ ਆਉਂਦੇ ਦਿਨਾਂ ਦੇ ਵਿੱਚ ਇਹਨੂੰ ਘੱਟ ਕਰਨ ਦੇ ਕਿਹੜੇ ਤਰੀਕੇ ਹੋ ਸਕਦੇ ਨੇ, ਅਤੇ ਤੁਹਾਡੀ ਜਥੇਬੰਦੀ ਜਾਂ ਤੁਸੀਂ ਸਾਰੇ ਕਿਵੇਂ ਰੋਲ ਨਿਭਾਓਗੇ? ਦੇਖੋ, ਮੈਂ ਤਾਂ ਅੱਜ ਅਗਰ ਇਮਰਾਨ ਖਾਨ ਕਾਮਯਾਬ ਹੋਏ ਨੇ ਇੰਟਰਨੈਸ਼ਨਲਾਈਜ਼ ਕਰਨ ਨੂੰ ਕਸ਼ਮੀਰ ਇਸ਼ੂ ਪ੍ਰੈਜ਼ੀਡੈਂਟ ਟਰੰਪ ਦੇ ਸਾਹਮਣੇ, ਔਰ ਪ੍ਰੈਜ਼ੀਡੈਂਟ ਟਰੰਪ ਦਾ ਵੀ ਜਿਹੜਾ ਬਿਆਨ ਆਇਆ, ਮੈਂ ਸਿਰਫ ਉਹਦਾ ਇੱਕ ਹੀ ਕਾਰਨ ਕਹਾਂਗਾ ਕਿ ਇੰਡੀਆ ਔਰ ਪਾਕਿਸਤਾਨ ਦਾ ਜਿਹੜਾ ਡਾਇਲੋਗ ਬੰਦ ਹੈ। ਮੈਂ ਬਿਲਕੁਲ ਸਹੀ ਕਹਿਣਾ ਕਿ ਪਾਕਿਸਤਾਨ ਨੇ ਇਨ ਦਾ ਪਾਸਟ ਟੈਰਰਿਜ਼ਮ ਇੰਡੀਆ ਵਿੱਚ ਪੂਰਾ ਕਰਾਇਆ, ਬੰਬੇ ਮੁੰਬਈ ਹੋਟਲਸ ਵਿੱਚ ਜਿਹੜੇ ਹਮਲੇ ਕੀਤੇ ਸੀ, ਸਾਰਾ ਕੁਝ ਪਾਕਿਸਤਾਨ ਇਨਵੋਲਵਮੈਂਟ ਸੀ, ਔਰ ਉਹ ਮੰਨਦੇ ਵੀ ਨੇ। ਬਟ ਹੁਣ ਪਾਕਿਸਤਾਨ, ਜਦੋਂ ਦਾ ਇਮਰਾਨ ਖਾਨ ਆਇਆ ਹੈ, ਜਨਰਲ ਬਾਜਵਾ ਆਇਆ, ਥਿੰਗਸ ਆਰ ਚੇਂਜਿੰਗ। ਔਰ ਇੰਡੀਆ ਨੂੰ ਵੀ ਹੁਣ ਥੋੜ੍ਹਾ ਜਿਹਾ ਸੋਚ ਕੇ ਅਤੇ ਡਾਇਲੋਗ ਸ਼ੁਰੂ ਕਰਨੇ ਚਾਹੀਦੇ ਨੇ, ਕਿਉਂਕਿ ਜਦ ਤੁਸੀਂ ਡਾਇਲੋਗ ਨਹੀਂ ਕਰੋਗੇ ਤਾਂ ਫਿਰ ਤੀਜਾ ਬੰਦਾ ਵਿੱਚ ਆਏਗਾ। ਜੇ ਆਪਸ ਵਿੱਚ ਤੁਹਾਡੇ ਡਾਇਲੋਗ ਚੱਲ ਰਹੇ ਨੇ, ਤੁਸੀਂ ਇੱਕ ਕਰਨ ਲੱਗੇ ਹੋ ਕੋਈ ਸਮਝੌਤਾ ਹੈ, ਕਿਸੇ ਤਰੀਕੇ ਤਰਫ ਜਾ ਰਹੇ ਹੋ, ਫਿਰ ਤੀਜੇ ਬੰਦੇ ਨੂੰ ਗੁੰਜਾਇਸ਼ ਨਹੀਂ ਰਹਿੰਦੀ। ਅਤੇ ਤੁਸੀਂ ਆਪ ਜੇ ਕਲੋਜ਼ ਹੋ ਜਾਓਗੇ ਅਤੇ ਤੀਜਾ ਬੰਦਾ ਫਿਰ ਵਿੱਚ ਨਹੀਂ ਆਏਗਾ। ਅਤੇ ਜੇ ਬਾਇਲੈਟਰਲ ਟਾਕਸ ਹੀ ਰੱਖਣੀਆਂ ਨੇ, ਫਿਰ ਉਹ ਟਾਕਸ ਸ਼ੁਰੂ ਕੀਤੀਆਂ ਜਾਣ।
ਕੋਈ ਹੋਰ ਸੁਨੇਹਾ ਜਿਹੜਾ ਤੁਸੀਂ ਸਮਝਦੇ ਹੋ ਕਿ ਸਾਡੇ ਦਰਸ਼ਕਾਂ ਲਈ ਬਹੁਤ ਜ਼ਰੂਰੀ ਹੈ? ਮੈਂ ਇੱਕ ਇਸ਼ੂ ਹੋਰ ਮੇਰੇ ਜਿਹੜੇ ਪੰਜਾਬ 'ਚ ਵੀਰ ਬੈਠੇ ਨੇ ਉਹਨਾਂ ਨੂੰ ਇੰਨਾ ਕਹਿਣਾ ਚਾਹਾਂਗਾ ਕਿ ਅਮਰੀਕਾ ਤੁਸੀਂ ਜ਼ਰੂਰ ਆਓ, ਪਰ ਤੁਸੀਂ ਲੀਗਲ ਵੀਜ਼ੇ ਲੈ ਕੇ ਆਓ। ਜੀ। ਇੱਥੇ ਇਲੀਗਲ ਸਾਡੇ ਵੀਰ ਤੇ ਜਿਹੜੀਆਂ ਭੈਣਾਂ ਇੱਥੇ ਆ ਰਹੀਆਂ ਨੇ ਮੈਕਸੀਕੋ ਤੋਂ ਬਾਰਡਰ ਕ੍ਰਾਸ ਕਰਕੇ, ਉਹ ਇੱਕ ਬਹੁਤ ਹੀ ਵੱਡਾ ਮਸਲਾ ਬਣ ਗਿਆ ਹੈ। ਔਰ ਉਹਨਾਂ ਨੂੰ ਵਿਚਾਰਿਆਂ ਨੂੰ ਇੱਥੇ ਜੇਲ੍ਹਾਂ ਵਿੱਚ, ਕਿਉਂਕਿ ਇਸ ਮੁਲਕ ਦਾ ਲਾਅ ਹੈ, ਹਰ ਮੁਲਕ ਦਾ ਕਾਨੂੰਨ ਹੁੰਦਾ ਹੈ, ਔਰ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਅੱਜ ਕੱਲ੍ਹ ਜੇਲ੍ਹ 'ਚ ਜਾਣਾ ਪੈਂਦਾ ਹੈ। ਅਤੇ ਉੱਥੇ ਏਜੰਟਾਂ ਨੂੰ ਲੱਖਾਂ ਡਾਲਰ ਦੇ ਕੇ ਅਤੇ ਇੱਕ ਇਲੀਗਲ ਤਰੀਕੇ ਨਾਲ ਅਮਰੀਕਾ ਆਉਣ ਵਿੱਚ ਕੋਈ ਮੈਂ ਸਮਝਣਾ ਇੰਨਾ ਅੱਛਾ ਨਹੀਂ ਹੈ। ਤੁਸੀਂ ਜੇ ਲੀਗਲ ਵੀਜ਼ੇ ਲੈ ਕੇ ਆਓ, ਅਸੀਂ ਇੱਥੇ ਗੌਰਮੈਂਟ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨਾਲ ਕੋਈ ਸਪੈਸ਼ਲ ਵਰਕ ਵੀਜ਼ਾ ਹੋਣ 2-2 ਸਾਲ ਦੇ, 3-3 ਸਾਲ ਦੇ, ਜਿੱਥੇ ਇੱਥੇ ਆ ਸਕਣ ਨੌਜਵਾਨ, ਇੱਥੇ ਕੰਮ ਕਰਨ ਲੀਗਲ ਤਰੀਕੇ ਨਾਲ। ਪਰ ਤੁਸੀਂ ਪਲੀਜ਼ ਲੀਗਲ ਤਰੀਕੇ ਨਾਲ ਇੱਥੇ ਆਉਣ ਦੀ ਕੋਸ਼ਿਸ਼ ਕਰੋ। ਇਲੀਗਲ ਤਰੀਕੇ ਨਾਲ ਇੱਥੇ ਬੜਾ ਹੀ ਨੁਕਸਾਨ ਹੈ, ਔਰ ਉਹ ਮੈਂ ਬੇਨਤੀ ਕਰਾਂਗਾ ਵੀ ਉਹ ਰਸਤਾ ਨਾ ਲਿਆ ਜਾਏ। ਇਹ ਵੀ ਸਾਡੇ ਸੋਚਣ ਵਾਲੀ ਗੱਲ ਹੈ। ਔਰ ਨਾਲ ਸਾਡੇ ਸੋਚਣ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਅੱਜ ਮੇਨ ਟੌਪਿਕ ਦੇ ਉੱਤੇ ਜਸਦੀਪ ਸਿੰਘ ਹੋਰਾਂ ਨੇ ਇਹ ਆਪਣਾ ਪੁਆਇੰਟ ਆਫ ਵਿਊ ਰੱਖਿਆ ਹੈ, ਭਾਰਤ ਅਮਰੀਕਾ ਸੰਬੰਧਾਂ ਦਾ, ਅਸੀਂ ਉਸੇ ਦਿਨ ਵਾਈਟ ਹਾਊਸ ਤੋਂ ਰਿਪੋਰਟ ਵਿੱਚ ਵੀ ਦੱਸਿਆ ਸੀ ਕਿ ਇਹ ਪਾਕਿਸਤਾਨ ਅਮਰੀਕਾ ਅਤੇ ਪਾਕਿਸਤਾਨ ਇੰਡੀਆ ਅਤੇ ਇੰਡੀਆ ਅਤੇ ਅਮਰੀਕਾ ਦੇ ਇੱਕ ਨਵੇਂ ਅਧਿਆਏ ਦਾ ਆਰੰਭ ਹੋਇਆ। ਇਸ ਅਧਿਆਏ ਦੇ ਵਿੱਚ ਇਹ ਪੰਨੇ ਕਿਵੇਂ ਲਿਖੇ ਜਾਣੇ ਨੇ, ਇਹ ਸਾਡੇ ਸਾਰਿਆਂ ਦਾ ਵੱਡਾ ਸਰੋਕਾਰ ਹੈ। ਜਸਦੀਪ ਜੀ, ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ, ਅਤੇ ਦੁਬਾਰਾ ਫਿਰ ਕਿਸੇ ਨਵੇਂ ਟੌਪਿਕ 'ਤੇ ਤੁਹਾਡੇ ਨਾਲ ਮੁਲਾਕਾਤ ਹੋਊਗੀ। ਜ਼ਰੂਰ। ਇਹ ਟੌਪਿਕ ਅਤੇ ਇਹ ਗੱਲਬਾਤ ਅਸੀਂ ਫਿਲਹਾਲ ਇੱਥੇ ਹੀ ਖ਼ਤਮ ਕਰਦੇ ਹਾਂ। ਫਿਰ ਨਵਾਂ ਟੌਪਿਕ ਲੈ ਕੇ ਮੁੱਦਾ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਮਿਲਾਂਗੇ। ਫਿਲਹਾਲ ਦਿਓ ਇਜਾਜ਼ਤ। ਤੁਹਾਡਾ ਬਹੁਤ ਬਹੁਤ ਧੰਨਵਾਦ।